ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਬਸੰਤਾ ਸਾਹਿਬ ਪੁਰਸ਼ਾ ਸਚਿਤ ਆਨੰਦ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਅਪਾਰ ਕਿਰਪਾ ਕਰ ਰਹੇ ਨੇ। ਸਾਡੇ ਕਲਯੁਗੀ ਜੀਵਾਂ ਦਾ ਗੁਰੂ ਸਾਹਿਬ ਜੀ ਦਾ ਉਪਦੇਸ਼ ਬਖਸ਼ ਕੇ ਉਧਾਰ ਕਰ ਰਹੇ ਹਨ, ਪਰ ਉਤਾਰਾ ਕਰ ਰਹੇ ਨੇ। ਸੋ ਜਿੰਨੀਆਂ ਵੀ ਸੰਗਤਾਂ ਆਪ ਜੀ ਸਮੇਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਜੀ, ਸਭ ਧੰਨ ਭਾਗੀ ਹੋ, ਧੰਨਤਾ ਦੇ ਯੋਗ ਹੋ। ਸੋ ਗੁਰਮੁਖੋ ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਪਰਮੇਸ਼ਰ ਦੀ ਰਜਾ ਦੇ ਵਿੱਚ ਗੁਰੂ ਦੀ ਕਿਰਪਾ ਦਾ ਸਦਕਾ ਲੜੀਵਾਰ ਕਥਾ ਵਿਚਾਰੀਏ। ਗੁਰੂ ਮਹਾਰਾਜ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ। ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਕੱਲ੍ਹ ਜੋ ਵਿਚਾਰਿਆ ਸੀ ਕਿ
ਗੁਰੂ ਦੀ ਮੱਤ ਦੁਆਰਾ ਜਿਨ੍ਹਾਂ ਨੇ ਰੱਬ ਨੂੰ ਸਲਾਹੁਣਾ ਕੀਤਾ ਹੈ, ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਹੋਰ ਕਿਸੇ ਪ੍ਰਕਾਰ ਵੀ ਉਸ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਨਹੀਂ ਹੁੰਦੀ ਗੁਰੂ ਦੇ ਉਪਦੇਸ਼ ਤੋਂ ਬਿਨਾਂ। ਹੋਰ ਕੀਮਤ ਕਹਿਣ ਨਾ ਜਾਈ, ਕਿਸੇ ਕੀਮਤ ਦੇ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਫਿਰ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਂਦੀ ਆ, ਜਿਨ੍ਹਾਂ ਨੂੰ ਮਿਲ ਜਾਂਦਾ ਹੈ ਪਰਮੇਸ਼ਰ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ, ਉਹ ਦੱਸਣ ਜੋਗਰੇ ਨਹੀਂ ਰਹਿੰਦੇ। ਤੇ ਅੱਗੇ ਮਹਾਰਾਜ ਕਹਿੰਦੇ ਆ ਜੀ, ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉਮੈ ਬਾਦ। ਕਹਿੰਦੇ ਜਿਨ੍ਹਾਂ ਦੇ ਮਨ ਨੂੰ, ਤਨ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਨਾ ਲੱਗਦਾ, ਬਾਣੀ ਨਾਮ ਪਰਮੇਸ਼ਰ ਦਾ ਚੰਗਾ ਨਹੀਂ ਲੱਗਦਾ, ਤਿਤ ਤਨ ਹਉਮੈ ਬਾਦ। ਉਹ ਕਹਿੰਦੇ ਉਹਨਾਂ ਦੇ ਤਨ ਕਹੀਏ ਸਰੀਰ ਤੇ ਮਨ ਵਿੱਚ ਹਉਮੈ ਤੇ ਬੁੱਧੀ ਰੂਪੀ ਪੱਲੇ ਵਿੱਚ ਝਗੜੇ ਹੀ ਰਹਿੰਦੇ ਨੇ। ਇੱਕ ਹੁੰਦੀ ਹੈ ਕਾਰ, ਇੱਕ ਹੁੰਦਾ ਬੇਕਾਰ। ਸਮਝਿਓ ਧਿਆਨ ਨਾਲ ਬੇਨਤੀ, ਇੱਕ ਕਾਰ, ਇੱਕ ਬੇਕਾਰ। ਕਾਰ ਆ ਸਾਰਾ ਸੰਸਾਰ ਕਾਰ ਦੇ ਅਧੀਨ ਆ ਨਾ, ਕੁਛ ਨਾ ਕੁਛ ਕਰ ਰਹੇ ਆ। ਭਾਵ ਅਸੀਂ ਘਰ ਦੇ ਕੰਮ ਕਰਦੇ ਆ, ਆਪਦੇ ਨੇ, ਉਹਦੇ ਵਿੱਚ ਸਾਡਾ ਕੋਈ ਮਤਲਬ ਹੈ, ਉਹ ਤਾਂ ਹੈ ਕਾਰ ਸਹੀ। ਜਿਹੜਾ ਟਾਈਮ ਅਸੀਂ ਖੇਤੀਬਾੜੀ ਕਰਕੇ, ਕੰਮ ਕਰਕੇ, ਪਸ਼ੂ ਪਾਲ ਕੇ, ਚੰਗੀ ਸਾਂਭ ਕਰਕੇ, ਪਸ਼ੂਆਂ ਦੀ, ਖੇਤੀ ਦੀ, ਫਸਲਾਂ ਦੀ, ਕੰਮਾਂ ਦੀ, ਕਾਰਜ ਜਿਹੜੇ ਨੇ ਦੁਨੀਆ ਦੇ, ਉਹ ਹੈ ਕਾਰ। ਭਾਵ ਜੀ ਦਾ ਕੋਈ ਸਾਨੂੰ ਲਾਭ ਹੋ ਰਿਹਾ, ਸਾਨੂੰ ਕੋਈ ਫਾਇਦਾ ਹੋ ਰਿਹਾ। ਤੇ ਜਿਹੜਾ ਬੇਕਾਰ ਹੈ, ਭਾਵ ਮੈਂ ਕਰਤਾ ਰਿਹਾ ਉਹ ਕੰਮ, ਪਰ ਮੈਨੂੰ ਉਹ ਕੰਮ ਦਾ ਕੋਈ ਫਾਇਦਾ ਨਹੀਂ। ਕਰੀ ਤਾਂ ਮੈਂ ਜਾਨਾ, ਪਰ ਉਹਦਾ ਮੈਨੂੰ ਕੋਈ ਫਾਇਦਾ ਨਹੀਂ। ਬੇਕਾਰ ਕਹੀਏ ਬੰਗਾਰ, ਬਗਾਰ ਜਿਹਨੂੰ ਆਪਾਂ ਬੰਗਾਰ ਕਹਿੰਦੇ ਆ, ਵੀ ਬੰਗਾਰ ਝੱਲਣੀ ਪੈਂਦੀ ਹੈ ਜੀ। ਭਾਵ ਕਿਸੇ ਨਾਲ ਜਾਣਾ ਪੈ ਜੇ, ਕਿਸੇ ਨਾਲ ਕੋਈ ਕੰਮ ਕਰਨਾ ਪੈ ਜੇ, ਕਰਾਉਣਾ ਪੈ ਜੇ, ਉਹ ਕਰ ਤਾਂ ਰਹੇ ਹੁੰਦੇ ਆਪਾਂ, ਪਰ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਉਹ ਬੰਗਾਰ ਹੁੰਦੀ ਹੈ, ਝੱਲਣੀ ਪੈਂਦੀ ਹੈ, ਕਰਨੀ ਪੈਂਦੀ ਹੈ, ਜਿਹਦਾ ਕੋਈ ਸਾਨੂੰ ਫਾਇਦਾ ਹੀ ਨਹੀਂ। ਟਾਈਮ ਮੇਰਾ ਖਰਾਬ ਤਾਂ ਹੋ ਰਿਹਾ, ਚੱਲ ਤਾਂ ਰਿਹਾ, ਮੈਂ ਕਰੀ ਤਾਂ ਜਾਨਾ, ਉਹਦਾ ਮੈਨੂੰ ਕੋਈ ਫਾਇਦਾ ਨਹੀਂ ਆ। ਇਸ ਕਰਕੇ ਪ੍ਰੇਮੀਓ, ਕਾਰ ਕਰੀਏ ਨਾ ਕਿ ਬੇਕਾਰ। ਮਨ ਵਿੱਚ, ਬੁੱਧ ਵਿੱਚ ਹਉਮੈ ਦੇ ਕਰਕੇ ਝਗੜੇ ਪੈਂਦੇ ਨੇ ਬੇਕਾਰ, ਬਿਨਾਂ ਹੀ ਕਾਰਨ। ਉਹਦਾ ਬੰਦਾ ਜੀਵਨ ਗੁਜ਼ਾਰਦਾ ਤਾਂ ਹੈ, ਸਮਾਂ ਲੰਘਦਾ ਤਾਂ ਹੈ, ਪਰ ਉਹਦਾ ਕੋਈ ਫਾਇਦਾ ਨਹੀਂ, ਕੋਈ ਨਫਾ ਹੀ ਨਹੀਂ ਆ। ਜੀਵਨ ਵਿੱਚ ਉਹ ਕਾਰਜ ਕਰੀਏ ਜਿਨ੍ਹਾਂ ਨਾਲ ਗੁਣ ਪੈਦਾ ਹੋਣ। ਤੇ ਮਹਾਰਾਜ ਕੀ ਕਹਿੰਦੇ ਆ ਜੀ, ਜਿੰਨੀ ਕੰਮੀ ਨਾਹੇ ਗੁਣ ਤੇ ਕੰਮੜੇ ਵੇਸਾਰ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਨਿਵਰ ਤਿਤ ਤਨ ਹਉਮੈ ਬਾਦ। ਹਉਮੈ ਤੇ ਬੁੱਧੀ ਰੂਪੀ ਪੱਲੇ ਦੇ ਵਿੱਚ ਝਗੜੀ ਪੈਂਦੇ ਨੇ, ਕੋਈ ਨਫਾ ਨਹੀਂ ਹੁੰਦਾ, ਨੁਕਸਾਨ ਹੀ ਨੁਕਸਾਨ ਆ, ਬੇਕਾਰ ਹੈ ਸਭ ਕੁਛ। ਤੇ ਮਹਾਰਾਜ ਕਹਿੰਦੇ ਆ ਜੀ, ਗੁਰ ਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਵਾਦ। ਗੁਰੂ ਤੋਂ ਬਿਨਾ, ਪੂਰੇ ਗੁਰੂ ਤੋਂ ਬਿਨਾ
ਗਿਆਨ ਨਹੀਂ ਹੁੰਦਾ। ਗਿਆਨ, ਉਹ ਕਹਿੰਦੇ ਵਿਖਿਆ ਦੂਜਾ ਸਵਾਦ, ਵਿਖਿਆ ਕਹੀਏ ਮਾਇਆ, ਵਿਸ਼ਿਆਂ ਦਾ ਦੂਜਾ ਦਵੈਤ, ਭਾਵ ਹੋਰ ਪਾਸੇ ਸਨੇਹ ਲਾਉਣ ਵਾਲਾ ਇਹ ਸਵਾਦ ਹੈ। ਬਹੁਤ ਵਾਰ ਬੇਨਤੀ ਕੀਤੀ ਆ, ਮਾਇਆ ਜਿਹੜੀ ਆ ਪੈਸਾ ਮਾਇਆ ਨਹੀਂ। ਸੰਸਾਰ ਦੀ ਹਰ ਇੱਕ ਵਸਤੂ, ਹਰ ਇੱਕ ਸ਼ੈ ਮਾਇਆ, ਉਹ ਕਿਸੇ ਦੇ ਵੀ ਨਹੀਂ ਹੁੰਦੀ। ਮਾਇਆ ਮਾਇਆ ਹਰ ਇੱਕ ਬੰਦਾ ਕਰਦਾ। ਉਹ ਕਹਿੰਦੇ ਫਿਰ ਇਹ ਮਾਇਆ ਕਿੱਥੋਂ ਪੈਦਾ ਹੋਈ ਹੈ ਜੀ? ਕਿਹਨੇ ਪੈਦਾ ਕੀਤੀ ਆ? ਬਸ ਸਾਨੂੰ ਪੈਦਾ ਹੋਈ ਦਿੰਦੀ ਆ। ਪੈਦਾ ਕਿਵੇਂ ਹੋਈ, ਕਿੱਥੋਂ ਹੋਈ, ਪਤਾ ਨਹੀਂ। ਉਹ ਕਹਿੰਦੇ ਕਹੀ ਨਾ ਜਾਣੈ ਉਪਜੀ ਜਾਣੈ, ਭਾਵ ਅਭਾਵ ਮਹੂਣਾ ਕਹੀ ਸਕਦੇ ਆ। ਪੈਦਾ ਹੁੰਦੀ ਕਿਸੇ ਨੇ ਦੀਨ ਦੇਖੀਏ ਨਹੀਂ, ਨਾ ਖਤਮ ਹੁੰਦੀ ਹੈ, ਚੱਲ ਰਿਹਾ ਕੰਮ। ਉਹ ਕਹਿੰਦੇ ਇਹ ਮਾਇਆ ਦਾ, ਵਿਖਿਆ ਦਾ, ਵਿਸ਼ਿਆਂ ਦਾ ਦਵੈਤ ਜਿਹੜਾ ਭਾਵ ਜਿੱਧਰ ਬੰਦਾ ਪਿਆਰ ਲਾਉਂਦਾ, ਇਹ ਸਵਾਦ ਹੈ, ਇਹਦਾ ਟੇਸਟ ਹੀ ਹੋਰ ਆ। ਫਿਰ ਬਿਨ ਗੁਣ ਕਾਮਨਾ ਆਵੇ, ਮਾਇਆ ਫਿੱਕਾ ਸਵਾਦ। ਕਹਿੰਦੇ ਸ਼ਰਧਾ, ਭਾਵਨਾ, ਪਿਆਰ, ਇਹ ਜਿਹੜੇ ਗੁਣ ਨੇ, ਇਹਨਾਂ ਤੋਂ ਪਰਮਾਤਮਾ ਦੇ ਕੀਰਤਨ ਰੂਪ ਦੇ ਵਿੱਚ ਗੁਣ ਉਚਾਰਨ ਤੋਂ ਬਗੈਰ ਹੋਰ ਕੁਝ ਵੀ ਜੀਵ ਦੇ ਪਰਲੋਕ ਵਿੱਚ ਕੰਮ ਨਹੀਂ ਆਉਂਦਾ। ਬਿਨ ਗੁਣ ਕਾਮਨਾ ਆਵੇ, ਮਾਇਆ ਫਿੱਕਾ ਸਵਾਦ। ਸ਼ਰਧਾ ਕੰਮ ਆਉਣੀ ਆ, ਭਾਵਨਾ ਕੰਮ ਆਉਣੀ ਆ, ਪਿਆਰ ਕੰਮ ਆਏਗਾ। ਇਹ ਗੁਣ ਜਿਹੜੇ ਨੇ ਪਰਮਾਤਮਾ ਦੇ ਕੀਰਤਨ ਰੂਪ ਗੁਣ ਜਿਹੜੇ ਨੇ, ਜਦੋਂ ਉਚਾਰਨ ਕਰਾਂਗੇ ਨਾ, ਉਹ ਕੰਮ ਆਉਣਗੇ ਪਰਲੋਕ 'ਚ। ਹੋਰ ਕੁਛ ਵੀ ਕੰਮ ਆਉਣ ਵਾਲਾ ਨਹੀਂ ਆ। ਬਾਕੀ ਜੋ ਵੀ ਆ ਨਾ, ਬਾਕੀ ਜੋ ਵੀ ਆ, ਮਾਇਆ ਦਾ ਸਵਾਦ ਫਿੱਕਾ ਹੈ, ਬੇਰਸ ਹੈ। ਭਾਵ ਜਿਸ ਪ੍ਰਕਾਰ ਪਦਾਰਥ ਖਾ ਕੇ ਨਾ ਮੰਗਰੋਂ ਬੇਰਸਾ ਜਿਹੜਾ ਪਦਾਰਥ, ਬਕ ਜਿਹੜਾ ਪਦਾਰਥ ਜਦੋਂ ਖਾਵਾਂਗੇ, ਬਾਅਦ ਦੇ ਵਿੱਚ ਮੂੰਹ ਜਿਹੜਾ ਨਾ ਫਿੱਕਾ ਹੋ ਜਾਂਦਾ। ਇਸੇ ਪ੍ਰਕਾਰ ਮਾਇਆ ਦਾ ਸਵਾਦ ਬੇਰਸਾ, ਫਿੱਕਾ ਹੈ, ਪਤੀ ਨਹੀਂ ਆ। ਐਸੇ ਰਵੋ ਜੇ ਬੋਹਰ ਨਾ ਰਵਨਾ, ਐਸੇ ਕਰੋ ਜੇ ਬੋਹਰ ਨਾ ਕਰਨਾ। ਐਸਾ ਕੰਮ ਕਰੀਏ, ਐਸਾ ਗੁਰੂ ਧਾਰੀਏ, ਮੁੜ ਕੇ ਧਾਰਨਾ ਨਾ ਪਵੇ। ਐਸਾ ਰਵਣਾ ਪਵੇ, ਮੁੜ ਕੇ ਰਵਣੀ ਨਾ ਪਵੇ। ਐਸਾ ਖਾਈਏ, ਮੁੜ ਕੇ ਖਾਣੀ ਨਾ ਪਵੇ। ਐਸਾ ਆਨੰਦ ਆ ਜਾਏ ਵਾਹਿਗੁਰੂ ਦੇ ਨਾਮ ਦੇ ਵਿੱਚੋਂ, ਮੁੜ ਕੇ ਆ ਦੁਨੀਆ ਦੇ ਰਸ ਚੰਗੀ ਨਾ ਲੱਗਣ। ਇਹ ਮਾਇਆ ਦਾ ਸਵਾਦ ਜਿਹੜਾ ਹੈ ਫਿੱਕਾ ਹੈ, ਦਿਨੋਂ ਦਿਨ ਫਿੱਕੀ ਹੁੰਦਾ ਜਾਂਦਾ। ਆ ਜਿਹੜੇ ਬਚਪਨ ਦੇ ਰਸ ਨੇ ਜਵਾਨੀ 'ਚ ਨਹੀਂ ਕੰਮ ਆਉਂਦੇ, ਜਵਾਨੀ ਦੇ ਰਸ ਜਿਹੜੇ ਨੇ ਬੁਢੇਪੇ 'ਚ ਨਹੀਂ ਕੰਮ ਆਉਂਦੇ। ਛਡਾਈ ਜਾਂਦੇ ਡਾਕਟਰ, ਆਹ ਨਾ ਖਾਈ, ਉਹ ਨਾ ਖਾਈ। ਵੈਸੇ ਆਪ ਨੂੰ ਵੀ ਨਹੀਂ ਚੰਗੀਆਂ ਲੱਗਦੀਆਂ ਚੀਜ਼ਾਂ। ਬਚਪਨ ਦੀਆਂ ਖੇਡਾਂ ਹੁਣ ਜਵਾਨੀ 'ਚ ਥੋੜ੍ਹੀ ਕਰਾਂਗੇ ਆਪਾਂ। ਫਿਰ ਜਿਹੜੇ ਜਵਾਨੀ ਦੇ ਛਾਲਾਂ ਮਾਰਨ ਵਾਲੇ ਕਰਮ ਨੇ, ਟੱਪਣ ਵਾਲਾ ਕੰਮ ਆ ਜਿਹੜਾ ਜਵਾਨੀ ਦਾ, ਬੁਢੇਪੇ 'ਚ ਥੋੜ੍ਹੀ ਟੱਪ ਲੂ ਬੰਦਾ। ਸਮਾਂ ਭਾਵ ਇਹ ਦੁਨੀਆ ਦੇ ਰਸ, ਮਾਇਆ ਦੇ ਰਸ ਜਿਹੜੇ ਨੇ ਫਿੱਕੇ ਹੁੰਦੇ ਜਾਂਦੇ ਨੇ। ਪਰ ਇੱਕ ਨਾਮ ਦਾ, ਵਾਹਿਗੁਰੂ ਦਾ ਨਾਮ ਰਸ ਜਿਹੜਾ ਹੈ ਪ੍ਰੇਮੀਓ, ਉਹ ਫਿੱਕਾ ਨਹੀਂ ਹੁੰਦਾ। ਬਸ ਉਹਦਾ ਸਵਾਦ ਚੱਖਣੀ ਵੱਖਰਾ ਹੈ। ਇੱਕ ਸਾਨੂੰ ਨਿਰਣਾ ਕਰਨਾ ਪੈਣਾ ਹੈ ਕਿ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਨਾਲ ਜਾਣ ਵਾਲਾ ਕੁਛ ਵੀ ਨਹੀਂ। ਆ ਜਿੰਨਾ ਵੀ
ਹੈ ਦੁਨੀਆ ਦਾ ਰਸ ਫਿੱਕੇ ਨੇ। ਜਦੋਂ ਅਸੀਂ ਰੱਜ ਜੀਏ, ਕੁਛ ਵੀ ਖਾ ਰਹੇ ਹਾਂ, ਪ੍ਰਸ਼ਾਦਾ ਕੋਈ ਮਿੱਠਾ ਹੈ, ਕੋਈ ਹੋਰ ਸਲੂਣੀ ਚੀਜ਼ ਹੈ, ਕਰਾਰੀ ਚੀਜ਼ ਹੈ, ਕੁਛ ਵੀ ਆ, ਉਹ ਕਿਸੇ ਹੱਦ ਤੱਕ ਸਾਨੂੰ ਚੰਗਾ ਲੱਗਦਾ, ਹੱਦ ਤੱਕ। ਜਦੋਂ ਪੇਟ ਭਰ ਗਿਆ ਫਿਰ ਜਿੰਨਾ ਮਰਜ਼ੀ ਕੋਈ 36 ਪ੍ਰਕਾਰ ਦੇ ਭੋਜਨ ਲਿਆ ਕੇ ਰੱਖ ਦੇ, ਐਂ ਥੋੜ੍ਹੀ ਇੱਕ ਗਰਾਹੀ ਅੰਦਰ ਲੰਘ ਜੂ, ਫਿਰ ਉਹੀ ਫਿੱਕਾ ਲੱਗਣ ਲੱਗ ਜਾਂਦਾ, ਬਾਹਰ ਆਉਣ ਲੱਗ ਜੂਗੀ ਉਹੀ ਚੀਜ਼ ਜਿਹੜੀ ਮਸਤ ਹੋ ਕੇ ਖਾਂਦੇ ਸਾਂ। ਪਰ ਨਾਮ ਜਿਹੜਾ ਨਾ, ਬੰਦਗੀ ਜਿਹੜੀ ਹੈ ਪ੍ਰੇਮੀਓ, ਇਹ ਨਹੀਂ ਬਾਹਰ ਆਉਂਦੀ। ਜਿੰਨਾ ਮਰਜ਼ੀ ਜਪੋ, ਜਿੰਨਾ ਜਪ ਲਾਂਗੇ ਉਨੀ ਥੋੜ੍ਹਾ ਹੈ। ਗੱਲ ਹੈ ਵੀ ਉਹਦਾ ਟੇਸਟ ਵੇਖਣਾ ਜ਼ਰੂਰੀ ਆ, ਨਿਰਣਾ ਕਰਨਾ ਜ਼ਰੂਰੀ ਹੈ ਕਿ ਹਰ ਬਿਨ ਆਵਰ ਨਾ ਲੱਗ ਗਈ, ਭਗਤਨ ਕੋ ਮਿੱਠਾ ਆਨ ਸਵਾਦ ਸਾ ਫਿੱਕਿਆ, ਕਰ ਨਿਰਣੋ ਡਿੱਠਾ। ਜਿਨ੍ਹਾਂ ਨੇ ਨਿਰਣਾ ਕਰ ਲਿਆ, ਹੁਣ ਜਿਹਨਾਂ ਨੇ ਸੋਚੀ ਨਹੀਂ ਵੀ ਨਾਮ ਹੈ ਇਹ ਕੰਮ ਦੇਊਗਾ। ਕਰਮ ਬੰਦਾ ਉਹ ਕਰਦਾ ਜਿਹਦੇ ਨਾਲ ਕੋਈ ਗੁਣੇ ਨਹੀਂ ਪੈਦਾ ਹੁੰਦਾ, ਬਗਾਰਾਂ ਝੱਲਦਾ, ਕਾਰ ਨਹੀਂ ਕਰਦਾ। ਉਹ ਕੰਮ ਕਰਦਾ ਜਿਹਦਾ ਕੋਈ ਫਾਇਦਾ ਹੀ ਨਹੀਂ। ਮਹਾਰਾਜ ਕੀ ਕਹਿੰਦੇ ਨੇ ਜੀ, ਆਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ। ਪਰ ਸਾਨੂੰ ਲੱਗਦਾ ਵੀ ਇਹ ਕਿਹੜਾ ਸਾਨੂੰ ਕਹਿੰਦੀ ਹੈ ਬਾਣੀ। ਸਮਝੋ ਵੀ ਰੱਬ ਬੋਲ ਰਿਹਾ, ਇਹ ਰੱਬ ਦਾ ਅਸੂਲ ਬੋਲਦਾ, ਰੱਬ ਦੇ ਦਸਤੂਰ ਬੋਲਦੇ ਨੇ। ਗੁਰੂ ਦੀ ਬਾਣੀ ਜਿਹੜੀ ਆ, ਇਹ ਰੱਬ ਦੇ ਰਾਹ ਦੀਆਂ ਗੱਲਾਂ ਨੇ। ਤਾਂ ਹੀ ਹੁਣ ਰੱਬ ਦੀਆਂ ਗੱਲਾਂ ਸਾਨੂੰ ਸਮਝ ਹੀ ਨਹੀਂ ਆਉਂਦੀਆਂ, ਤੇ ਜਿਹਨੂੰ ਆ ਜਾਂਦੀ ਆ ਗੁਰੂ ਕੋ ਆਪਣਾ ਜੀਵਨ ਬਣਾ ਜਾਂਦਾ। ਤਾਂ ਹੀ ਮਹਾਰਾਜ ਦੇ ਦਰ ਤੋਂ, ਮਹਾਰਾਜ ਦੇ ਚਰਨਾਂ ਤੋਂ ਦੂਰ ਨੂੰ ਭੱਜਦੇ ਨੇ ਲੋਕ, ਦੂਰ ਨੂੰ। ਸੰਗਤ 'ਚ ਬਹਿਣਾ ਨਾ ਪੈ ਜੇ, ਕਿਤੇ ਮਹਾਰਾਜ ਨੂੰ ਛੱਡਣ ਨਾ ਜਾਣਾ ਪੈ ਜੇ, ਗੁਰਦੁਆਰਾ ਸਾਹਿਬ ਆਹ ਨਾ ਕਰਨਾ ਪੈ ਜੇ। ਲਓ, ਜਿਹੜੀ ਚੀਜ਼ ਕੰਮ ਆਉਣੀ ਹੈ ਅੰਤ ਨੂੰ, ਉਧਰੋਂ ਬੰਦਾ ਭੱਜਦਾ, ਨੱਠਦਾ। ਤੇ ਜਿਹੜੀ ਕੰਮ ਨਹੀਂ ਆਉਣੀ, ਬੰਗਾਰ ਝੱਲਦਾ, ਉਹਦਾ ਕੋਈ ਫਾਇਦਾ ਹੀ ਨਹੀਂ। ਕਰ ਨਾ ਕਰ। ਗੱਲ ਜਿਹੜੀ ਆ ਨਿਰਣਾ ਕਰਨਾ ਕਿ ਅਸਲ ਦੇ ਵਿੱਚ ਮਿੱਠਾ ਕੀ ਆ, ਉਹ ਹੈ ਪਰਮੇਸ਼ਰ ਦਾ ਨਾਮ। ਅਗਰ ਦੁਨੀਆ ਦੇ ਰਸ ਜਿਹੜੇ ਨੇ ਪ੍ਰੇਮੀਓ, ਇਹ ਫਿੱਕੇ ਪੈ ਜਾਣਗੇ, ਹੋਏ ਹੋਰ ਹੋਰ ਸਵਾਦ ਨੇ। ਤੇ ਮਹਾਰਾਜ ਕਹਿੰਦੇ ਆ, ਆਸਾ ਅੰਦਰ ਜੰਮਿਆ, ਆਸਾ ਰਸ ਕਸ ਖਾਏ। ਇਹ ਜੀਵ ਸੰਸਾਰ ਵਿੱਚ ਕੋਈ ਨਾ ਕੋਈ ਇੱਛਾ ਲੈ ਕੇ ਜਨਮਿਆ। ਸਾਡੇ ਸਭ ਦੇ ਮਨ ਦੇ ਵਿੱਚ ਕੋਈ ਨਾ ਕੋਈ ਕਾਮਨਾ ਹੈ, ਇੱਛਾ ਹੈ, ਕੋਈ ਨਾ ਕੋਈ ਇੱਛਾ ਲੈ ਕੇ ਜਨਮ ਲਿਆ। ਇੱਥੇ ਵੀ ਉਮੀਦਾਂ ਦਾ ਬੰਨਿਆ ਹੋਇਆ ਰਸਾਂ ਕਸਾਂ, ਖੱਟੇ ਮਿੱਠੇ ਪਦਾਰਥਾਂ ਨੂੰ ਖਾਂਦਾ ਹੈ। ਜੇ ਸਾਡੇ ਮਨ ਦੇ ਵਿੱਚ ਇੱਛਾ ਸੀ ਨਾ, ਇੱਛਾਵਾਂ ਸੀ, ਕਾਮਨਾਵਾਂ ਸੀਗੀਆਂ, ਆਸਾਂ ਸੀਆਂ, ਕੁਛ ਮੰਗਾਂ ਕਹੀਏ, ਕੁਛ ਬਿਰਤੀਆਂ ਕਹੀਏ, ਤਾਂ ਸਾਡਾ ਆ ਸੰਸਾਰ 'ਚ ਜਨਮ ਹੋਇਆ। ਆਸਾ ਮਨਸਾ ਦਾ ਬੰਨਿਆ ਬੰਦਾ ਆਇਆ ਸੰਸਾਰ 'ਚ। ਉਮਰ ਘਟੀ ਬੰਦੇ ਦੀ, ਇੱਛਾਵਾਂ ਵੱਧ ਗਈਆਂ, ਉਹ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਜਨਮ ਲਿਆ। ਉਹ ਜਨਮ ਲੈ ਕੇ ਫਿਰ ਬੰਦਾ ਇੱਛਾਵਾਂ ਦੀ ਪੂਰਤੀ ਕਰਦਾ ਹੈ। ਜਨਮ ਲੈ ਲਿਆ, ਫਿਰ ਆਸਾ ਰਸ ਕਸ ਖਾਏ। ਫਿਰ ਉਹ ਉਮੀਦਾਂ ਦਾ ਬੰਨਿਆ ਹੋਇਆ ਹੀ ਆ ਰਸਾਂ ਕਸਾਂ ਜਿਹੜੇ ਨੇ, ਇਹ ਮਿੱਠੇ ਖੱਟੇ ਮਿੱਠੇ ਪਦਾਰਥ, ਇਹਨਾਂ ਨੂੰ ਖਾਈ ਜਾਂਦਾ ਬੰਦਾ। ਜੇ ਸਾਡੇ ਮਨ ਵਿੱਚ ਕੋਈ ਕਾਮਨਾ ਸੀ ਤਾਂ ਅਸੀਂ ਸੰਸਾਰ 'ਚ ਆਏ। ਜਿਹਦੇ ਕੋਈ ਮਨ ਵਿੱਚ ਕਾਮਨਾ ਨਹੀਂ ਨਾ ਹੁੰਦੀ, ਉਹਦੇ ਵਿੱਚ ਅਭੇਦ ਹੋ ਜਾਂਦਾ ਹੈ, ਉਹਨੂੰ ਫਿਰ ਸੰਸਾਰ 'ਚ ਆਉਣਾ ਜਾਣਾ ਨਹੀਂ ਪੈਂਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਉਹਨਾਂ ਦਾ ਲੇਖਾ ਹੀ ਨਿਬੜ ਜਾਂਦਾ ਹੈ। ਨਹੀਂ ਫਿਰ ਮਨ ਵਿੱਚ ਕਾਮਨਾਵਾਂ ਨੇ, ਬੰਦਾ ਫੇਰ ਦੁਬਾਰੇ ਜਨਮ ਲਊਗਾ, ਫੇਰ ਮਰੂ, ਫੇਰ ਜੰਮੂ, ਫੇਰ ਮਰੂ, ਏਦਾਂ ਹੀ ਲੱਗਿਆ ਰਹਿੰਦਾ ਜੀ। ਆਸਾ ਬੰਦ ਚਲਾਈ ਹੈ, ਮੂੰਹੇ ਮੂੰਹ ਚੋਟਾਂ ਖਾਏ। ਕਹਿੰਦੇ ਇਸੇ ਪ੍ਰਕਾਰ ਆਸਾਂ ਦੇ ਵਿੱਚ ਜਦੋਂ ਬੰਨਿਆ ਹੁੰਦਾ ਨਾ ਬੰਦਾ, ਸਾਰੀਆਂ ਸਾਡੀਆਂ ਸਭ ਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਨਾ,
ਉਹ ਪੂਰੀਆਂ ਨਹੀਂ ਹੁੰਦੀਆਂ। ਹਰ ਇੱਕ ਬੰਦੇ ਦੇ ਸਗਲ ਮਨੋਰਥ ਜਿਹੜੇ ਨੇ ਪੂਰਨ ਨਹੀਂ ਹੋਣਗੇ। ਜ਼ਿੰਦਗੀ ਉਮਰ ਘਟੀ ਜਾਂਦੀ ਹੈ, ਸਾਡੀਆਂ ਕਾਮਨਾਵਾਂ ਵੱਧ ਰਹੀਆਂ ਨੇ। ਇਹ ਜ਼ਿੰਦਗੀ ਕੌੜੀ ਹੁੰਦੀ ਜਾਂਦੀ ਹੈ। ਜਿਉਂ-ਜਿਉਂ ਬੰਦਾ ਉਮਰ ਭਾਵ ਸਾਲ ਵੱਧ ਰਹੇ ਨੇ ਜੀਵਨ ਦੇ, ਦੁਨਿਆਵੀ ਤੌਰ ਵੈਸੇ ਤਾਂ ਘਟਦੇ ਨੇ। ਜਿਉਂ-ਜਿਉਂ ਸਾਡਾ ਦੁਨੀਆ 'ਚ ਰਹਿਣ ਦਾ ਸਮਾਂ ਭਾਵ ਅੱਪ ਹੋਈ ਜਾਂਦਾ ਹੈ, ਪਦਾਰਥ ਕੌੜੇ ਹੋਈ ਜਾਂਦੇ ਨੇ, ਇੱਛਾਵਾਂ ਵੱਧ ਰਹੀਆਂ ਨੇ, ਉਮਰ ਘਟ ਰਹੀ ਆ। ਹਰ ਇੱਕ ਦੀਆਂ ਇਹ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ। ਅੰਤ ਨੂੰ ਮੂੰਹੇ ਮੂੰਹ ਚੋਟਾਂ ਖਾਏ, ਅੰਤ ਨੂੰ ਜਮਦੂਤ ਬੰਨ ਕੇ ਪਰਲੋਕ ਦੇ ਰਸਤੇ ਤੋਰ ਲੈਂਦੇ ਨੇ। ਇਸ ਪ੍ਰਕਾਰ ਮੂੰਹੋਂ ਮੂੰਹੋਂ ਭਾਵ ਬਾਰ-ਬਾਰ ਚੋਟਾਂ ਸੱਟਾਂ ਉਹ ਖਾਂਦਾ ਹੈ। ਮੋਹ ਦਾ ਮੋਹਿਆ ਹੋਇਆ ਤਰਕਾਂ ਰੂਪ ਚੋਟਾਂ ਖਾਂਦਾ ਹੈ। ਅੰਦਰ ਕੁਛ ਨਾ ਕੁਛ ਤਰਕ ਕਿੰਤੂ ਪਰੰਤੂ ਝਗੜਾ, ਦਵੈਸ਼, ਮੱਚਣਾ, ਜਲਣਾ, ਜਲਸੀ ਬੰਦੇ ਦੇ ਅੰਦਰ ਚੱਲਦੀ ਰਹਿੰਦੀ ਆ। ਪਰ ਅੰਤ ਨੂੰ ਜਮਾਂ ਦੀਆਂ ਚੋਟਾਂ ਵੀ ਜਿਹੜੀਆਂ ਨੇ ਖਾਣੀਆਂ ਪੈਂਦੀਆਂ। ਮਹਾਰਾਜ ਕਹਿੰਦੇ ਆ ਜੀ, ਅਵਗਣ ਬੱਧਾ ਮਾਰੀਐ ਛੁਟੈ ਗੁਰਮਤਿ ਨਾਏ। ਇਹ ਜੀਵ ਔਗੁਣਾਂ ਦਾ ਬੰਨਿਆ ਹੋਣ ਕਰਕੇ ਮਾਰਿਆ ਜਾਂਦਾ ਹੈ, ਭਾਵ ਕੁੱਟਿਆ ਜਾਂਦਾ ਹੈ। ਛੁਟਕਾਰਾ ਕਿਵੇਂ ਹੁੰਦਾ ਹੈ? ਦੱਸਦੇ ਨੇ ਕਿ ਜੇ ਗੁਰੂ ਦੀ ਮੱਤ ਦੁਆਰਾ ਅੰਮ੍ਰਿਤ ਨਾਮ ਜਪ ਲਏ ਤਾਂ ਜੰਮਣ ਮਰਨ ਦੇ ਬੰਧਨਾਂ ਤੋਂ ਛੁਟਕਾਰਾ ਹੋ ਸਕਦਾ, ਭਾਵ ਫੇਰ ਬੰਦਾ ਮੁਕਤ ਹੋਊਗਾ। ਅਵਗੁਣ ਬੱਧਾ ਮਾਰੀ ਹੈ, ਔਗੁਣਾਂ ਦੇ ਬੰਨੇ ਹੋਏ ਨੂੰ ਸੱਟਾਂ ਪੈਂਦੀਆਂ ਨੇ। ਛੁਟੈ ਗੁਰਮਤਿ ਨਾਏ, ਜੇ ਗੁਰੂ ਦੀ ਮੱਤ ਲਵਾਂਗੇ ਤਾਂ ਛੁਟਕਾਰਾ ਹੋ ਸਕਦਾ, ਨਹੀਂ ਫਿਰ ਭਟਕਾਂਗੇ ਜੀ। ਆਓ ਇੱਥੇ ਸਮਾਪਤੀ ਹੈ। ਭੁੱਲਾਂ ਤੋਂ ਖਿਮਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਹਾਂਜੀ ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।